ਜਾਦੂਈ ਸਾਈਕਲ। ਇੱਕ ਸ਼ਹਿਰ 'ਚ ਚਿੰਟੂ ਆਪਣੇ ਪਿਤਾ ਭੋਲਾ ਦੇ ਨਾਲ ਰਹਿੰਦਾ ਸੀ। ਭੋਲਾ ਮਿਹਨਤ ਮਜ਼ਦੂਰੀ ਕਰਕੇ ਥੋੜਾ ਬਹੁਤ ਕਮਾਉਂਦਾ ਸੀ, ਜਿਹਦੇ ਨਾਲ ਪਰਿਵਾਰ ਚੱਲਦਾ ਸੀ। ਚਿੰਟੂ ਨੂੰ ਚੰਗੇ ਕੱਪੜੇ ਅਤੇ ਖਾਣ ਪੀਣ ਦਾ ਜ਼ਿਆਦਾ ਸ਼ੌਂਕ ਨਹੀਂ ਸੀ, ਪਰ ਉਹਨੂੰ ਸਾਈਕਲ ਦਾ ਬਹੁਤ ਸ਼ੌਂਕ ਸੀ। ਉਹ ਜਦੋਂ ਵੀ ਕਿਸੇ ਬੱਚੇ ਨੂੰ ਸਾਈਕਲ ਚਲਾਉਂਦਾ ਵੇਖਦਾ ਤੇ ਉਹਨੂੰ ਇੱਕ ਨਜ਼ਰ ਨਾਲ ਵੇਖਦਾ ਹੀ ਰਹਿ ਜਾਂਦਾ। ਇੱਕ ਦਿਨ ਚਿੰਟੂ ਉਦਾਸ ਬੈਠਾ ਸੀ। ਉਦੋਂ ਹੀ ਭੋਲਾ ਉੱਥੇ ਆਇਆ ਅਤੇ ਉਹਨੂੰ ਪੁੱਛਣ ਲੱਗਾ, ਕੀ ਹੋਇਆ ਪੁੱਤ, ਤੂੰ ਇੰਨਾ ਉਦਾਸ ਕਿਉਂ ਹੈ? ਮੇਰਾ ਜਨਮ ਦਿਨ ਆਉਣ ਵਾਲਾ ਹੈ, ਪਰ ਤੁਸੀਂ ਮੇਰੇ ਲਈ ਇੱਕ ਸਾਈਕਲ ਤੱਕ ਨਹੀਂ ਖਰੀਦੀ। ਪੁੱਤ, ਮੇਰੇ ਕੋਲ ਪੈਸਿਆਂ ਦੀ ਕਮੀ ਹੈ, ਪਰ ਫਿਰ ਵੀ ਸਾਈਕਲ ਖਰੀਦਣ ਦੀ ਪੂਰੀ ਕੋਸ਼ਿਸ਼ ਕਰੂੰਗਾ। ਨਹੀਂ, ਮੈਨੂੰ ਅੱਜ ਹੀ ਸਾਈਕਲ ਚਾਹੀਦੀ ਹੈ। ਸਮਾਂ ਲੰਘ ਜਾਣ 'ਚ ਦੇਰ ਨਹੀਂ ਲੱਗਦੀ ਅਤੇ ਚਿੰਟੂ ਦਾ ਜਨਮ ਦਿਨ ਆ ਜਾਂਦਾ ਹੈ। ਚਿੰਟੂ ਆਪਣੇ ਜਨਮ ਦਿਨ ਤੇ ਮੂੰਹ ਲਟਕਾ ਕੇ ਬੈਠਾ ਹੁੰਦਾ ਹੈ, ਕਿਉਂਕਿ ਉਹਨੂੰ ਸਾਈਕਲ ਨਹੀਂ ਮਿਲੀ ਹੁੰਦੀ। ਉਦੋਂ ਹੀ ਭੋਲੇ ਤੋਂ ਰਿਹਾ ਨਹੀਂ ਜਾਂਦਾ। ਪੁੱਤ, ਤੂੰ ਉਦਾਸ ਨਾ ਹੋ, ਮੈਂ ਤੈਨੂੰ ਅਗਲੇ ਜਨਮ ਦਿਨ ਤੇ ਜ਼ਰੂਰ ਸਾਈਕਲ ਖਰੀਦ ਕੇ ਦੇਵਾਂਗਾ। ਪੈਸਿਆਂ ਦੇ ਕਰਕੇ ਪਰੇਸ਼ਾਨ ਭੋਲਾ ਸਾਈਕਲ ਖਰੀਦਣ ਲਈ ਜਾਂਦਾ ਹੈ। ਉਦੋਂ ਹੀ ਰਾਹ 'ਚ ਉਹਨੂੰ ਇੱਕ ਕਬਾੜ ਵਾਲਾ ਮਿਲਦਾ ਹੈ। ਉਹਦੇ ਕੋਲ ਇੱਕਦਮ ਨਵੀਂ ਵਰਗੀ ਸਾਈਕਲ ਹੁੰਦੀ ਹੈ। ਭੋਲੇ ਨੂੰ ਉਹ ਸਾਈਕਲ ਪਸੰਦ ਆ ਜਾਂਦੀ ਹੈ ਅਤੇ ਉਹ ਕਬਾੜ ਵਾਲੇ ਨੂੰ ਪੂਰੀ ਕਹਾਣੀ ਦੱਸਦਾ ਹੈ। ਫਿਰ ਕਬਾੜ ਵਾਲਾ ਉਹਨੂੰ ਸਾਈਕਲ ਦੇਣ ਦੇ ਲਈ ਰਾਜੀ ਹੋ ਜਾਂਦਾ ਹੈ। ਮੈਂ ਤੁਹਾਡੀ ਗੱਲ ਸਮਝ ਗਿਆ, ਤੁਸੀਂ ਇਹ ਸਾਈਕਲ ਲਿਜਾ ਸਕਦੇ ਹੋ। ਜੇ ਹੁਣ ਪੈਸੇ ਨਾ ਹੋਣ ਤਾਂ ਬਾਅਦ ਵਿੱਚ ਦੇ ਦਿਓ। ਬੱਚੇ ਨੂੰ ਜਨਮ ਦਿਨ ਦੇ ਮੌਕੇ ਤੇ ਨਾਰਾਜ਼ ਨਹੀਂ ਕਰੀਦਾ। ਭੋਲਾ ਕਬਾੜੀ ਵਾਲੇ ਤੋਂ ਉਹ ਸਾਈਕਲ ਲੈ ਜਾਂਦਾ ਹੈ। ਤੁਹਾਡਾ ਭਲਾ ਹੋਵੇ। ਭੋਲਾ ਸਾਈਕਲ ਲੈ ਕੇ ਆਪਣੇ ਘਰ ਜਾਂਦਾ ਹੈ। ਪੁੱਤ, ਤੇਰੇ ਜਨਮ ਦਿਨ ਤੇ ਤੇਰੇ ਲਈ ਇੱਕ ਤੋਹਫਾ ਲੈ ਕੇ ਆਇਆ ਹਾਂ। ਇਹ ਸੁਣ ਕੇ ਚਿੰਟੂ ਭੱਜਦਾ ਹੋਇਆ ਆਂਦਾ ਹੈ ਅਤੇ ਉਹ ਸਾਈਕਲ ਵੇਖ ਕੇ ਬਹੁਤ ਖੁਸ਼ ਹੋ ਜਾਂਦਾ ਹੈ। ਕੀ ਇਹ ਗਿਫਟ ਮੇਰੇ ਲਈ ਹੈ? ਹਾਂ, ਹੁਣ ਤਾਂ ਤੂੰ ਖੁਸ਼ ਹੈ ਨਾ? ਹਾਂ, ਮੈਂ ਬਹੁਤ ਖੁਸ਼ ਹਾਂ। ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਕਿ ਮੇਰੇ ਕੋਲ ਵੀ ਇੱਕ ਸਾਈਕਲ ਹੈ। ਸਾਈਕਲ ਦੇ ਘਰ ਆਉਣ ਤੋਂ ਬਾਅਦ ਭੋਲੇ ਦੀ ਦਿਨ ਪਰ ਦਿਨ ਤਰੱਕੀ ਹੋਣ ਲੱਗ ਜਾਂਦੀ ਹੈ। ਉਹਦੇ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਰਹਿ ਜਾਂਦੀ। ਇੱਕ ਦਿਨ ਚਿੰਟੂ ਸਾਈਕਲ ਤੋਂ ਕਿਤੇ ਜਾਣ ਵਾਲਾ ਸੀ। ਉਦੋਂ ਹੀ ਉਹਦਾ ਮੋਟਰਸਾਈਕਲ ਚਲਾਉਣ ਦਾ ਮਨ ਹੋਇਆ। ਉਦੋਂ ਹੀ ਉਹਦੇ ਸੋਚਦੇ ਹੀ ਉਹਦੀ ਸਾਈਕਲ ਮੋਟਰਸਾਈਕਲ 'ਚ ਬਦਲ ਗਈ। ਓਏ, ਇਹ ਕੀ? ਇਹ ਜਾਦੂ ਕਿਵੇਂ ਹੋ ਗਿਆ? ਇਹ ਕੋਈ ਮਾਮੂਲੀ ਸਾਈਕਲ ਨਹੀਂ ਲੱਗਦੀ ਪਈ। ਫਿਰ ਮੋਟਰਸਾਈਕਲ ਉਹਨੂੰ ਸੈਰ ਤੇ ਲੈ ਕੇ ਜਾਂਦੀ ਹੈ। ਵਾਓ! ਕਿੰਨਾ ਮਜ਼ਾ ਆ ਗਿਆ। ਕਿੰਨਾ ਵਧੀਆ ਲੱਗਦਾ ਹੈ ਮੋਟਰਸਾਈਕਲ ਤੇ ਸੈਰ ਕਰਨਾ। ਮੋਟਰਸਾਈਕਲ ਉਹਨੂੰ ਇੱਕ ਚੱਕਰ ਲਗਵਾ ਕੇ ਆਂਦੀ ਹੈ ਅਤੇ ਫਿਰ ਤੋਂ ਸਾਈਕਲ 'ਚ ਬਦਲ ਜਾਂਦੀ ਹੈ। ਇਹ ਤਾਂ ਸੱਚੀ ਚ ਜਾਦੂਈ ਸਾਈਕਲ ਹੈ। ਜਾਦੂਈ ਸਾਈਕਲ ਮਿਲਣ ਤੋਂ ਬਾਅਦ ਚਿੰਟੂ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਸੀ। ਉਹ ਉਦੋਂ ਹੀ ਭੋਲਾ ਦੇ ਕੋਲ ਗਿਆ ਅਤੇ ਉਹਨੂੰ ਸਾਈਕਲ ਦੇ ਬਾਰੇ ਦੱਸਣ ਲੱਗਾ। ਕੀ ਇਹ ਸੱਚੀਓ ਜਾਦੂਈ ਹੈ? ਹਾਂ, ਉਦੋਂ ਹੀ ਚਿੰਟੂ ਸਾਈਕਲ ਨੂੰ ਕਹਿੰਦਾ ਹੈ, ਉਹ ਸਾਈਕਲ, ਮੈਨੂੰ ਮੋਟਰਸਾਈਕਲ ਚਾਹੀਦੀ ਹੈ। ਚਿੰਟੂ ਦੇ ਏਦਾਂ ਕਹਿੰਦੇ ਹੀ ਸਾਈਕਲ ਮੋਟਰਸਾਈਕਲ 'ਚ ਬਦਲ ਗਈ। ਇਹ ਵੇਖ ਕੇ ਭੋਲਾ ਹੈਰਾਨ ਰਹਿ ਗਿਆ। ਹਾਏ ਰੱਬਾ, ਇਹ ਕੀ ਹੋ ਗਿਆ? ਇਹ ਤਾਂ ਕੁਝ ਜਾਦੂ ਟੋਨਾ ਲੱਗਦਾ ਹੈ। ਕੁਝ ਤਾਂ ਗੜਬੜ ਹੈ। ਕਿਵੇਂ ਦੀ ਲੱਗੀ ਹੈ ਮੋਟਰਸਾਈਕਲ? ਠੀਕ ਹੈ। ਹੁਣ ਤੂੰ ਜ਼ਿਆਦਾ ਸਾਈਕਲ ਤੇ ਧਿਆਨ ਨਾ ਦੇ ਅਤੇ ਚੱਲ ਆਪਦਾ ਕੰਮ ਕਰ। ਭੋਲਾ ਇਹ ਵੇਖ ਕੇ ਬਹੁਤ ਡਰ ਗਿਆ ਅਤੇ ਰਾਤ ਨੂੰ ਸਾਈਕਲ ਨੂੰ ਘਰ ਤੋਂ ਦੂਰ ਸਿੱਟਣ ਦੇ ਬਾਰੇ ਸੋਚਣ ਲੱਗਾ। ਉਹਨੇ ਇੱਕ ਸਲਾਹ ਬਣਾਈ ਅਤੇ ਉਹਦੇ ਮੁਤਾਬਿਕ ਹੀ ਉਹ ਸਾਈਕਲ ਲੈ ਕੇ ਜਿਵੇਂ ਹੀ ਅੱਗੇ ਵਧਿਆ, ਉਦੋਂ ਹੀ ਉੱਥੇ ਚਿੰਟੂ ਆ ਗਿਆ। ਪਾਪਾ, ਤੁਸੀਂ ਇਹਨੂੰ ਕਿੱਥੇ ਲੈ ਕੇ ਜਾ ਰਹੇ ਹੋ? ਭੋਲਾ ਚਿੰਟੂ ਨੂੰ ਵੇਖ ਕੇ ਘਬਰਾ ਗਿਆ ਅਤੇ ਕਹਿਣ ਲੱਗਾ, ਕਿਤੇ ਨਹੀਂ ਪੁੱਤ, ਤੇਰੀ ਸਾਈਕਲ 'ਚ ਕੁਝ ਖਰਾਬੀ ਹੈ ਤਾਂ ਉਹੀ ਵੇਖ ਰਿਹਾ ਸੀ। ਮੇਰੀ ਸਾਈਕਲ ਬਿਲਕੁਲ ਠੀਕ ਹੈ, ਤੁਸੀਂ ਇਹਨੂੰ ਰੱਖ ਦਵੋ। ਇਸ ਤਰ੍ਹਾਂ ਭੋਲਾ ਸਾਈਕਲ ਉੱਥੇ ਹੀ ਰੱਖ ਦਿੰਦਾ ਹੈ ਅਤੇ ਕੁਝ ਦੇਰ ਬਾਅਦ ਜਦੋਂ ਚਿੰਟੂ ਸੋ ਜਾਂਦਾ ਹੈ ਤੇ ਫਿਰ ਸਾਈਕਲ ਸਿੱਟਣ ਦੇ ਲਈ ਪਹੁੰਚ ਜਾਂਦਾ ਹੈ ਤੇ ਉਹ ਵੇਖਦਾ ਹੈ ਕਿ ਸਾਈਕਲ ਆਪਣੀ ਜਗ੍ਹਾ ਤੇ ਨਹੀਂ ਸੀ। ਇਹ ਵੇਖ ਕੇ ਭੋਲਾ ਹੋਰ ਵੀ ਡਰ ਜਾਂਦਾ ਹੈ। ਓਏ, ਇਹ ਸਾਈਕਲ ਕਿੱਥੇ ਚਲੀ ਗਈ? ਮੈਨੂੰ ਲੱਗਦਾ ਹੈ ਚਿੰਟੂ ਨੇ ਉਹਨੂੰ ਕਿਤੇ ਲੁਕਾ ਦਿੱਤਾ ਹੋਊਗਾ। ਇਹ ਸਭ ਸੋਚ ਕੇ ਉਹ ਚਲਾ ਜਾਂਦਾ ਹੈ ਅਤੇ ਦੂਜੇ ਦਿਨ ਫਿਰ ਤੋਂ ਸਾਈਕਲ ਨੂੰ ਸਿੱਟਣ ਦੇ ਲਈ ਜਾਂਦਾ ਹੈ, ਪਰ ਸਾਈਕਲ ਉੱਥੇ ਨਹੀਂ ਹੁੰਦੀ।
ਅਤੇ ਇਹੀ ਸਿਲਸਿਲਾ ਚੱਲਦਾ ਰਹਿੰਦਾ ਹੈ। ਰੋਜ਼ ਰਾਤੀ ਸਾਈਕਲ ਗਾਇਬ ਹੋ ਜਾਂਦੀ ਹੈ। ਸਾਈਕਲ ਰਾਤੀ ਕਿੱਥੇ ਚਲੀ ਜਾਂਦੀ ਏ? ਚਿੰਟੂ ਨੇ ਤਾਂ ਸਾਈਕਲ ਨੂੰ ਛੁਪਾਉਣ ਤੋਂ ਮਨਾ ਕਰ ਦਿੱਤਾ ਸੀ। ਹੁਣ ਕਿਵੇਂ ਪਤਾ ਲਗਾਵਾਂ? ਕੱਲ ਇਹਦੇ ਤੇ ਨਜ਼ਰ ਰੱਖੂੰਗਾ। ਭੋਲਾ ਛੁਪ ਕੇ ਸਾਈਕਲ ਤੇ ਨਜ਼ਰ ਰੱਖਦਾ ਹੈ। ਉਦੋਂ ਹੀ ਉਹਨੇ ਵੇਖਿਆ ਕਿ ਸਾਈਕਲ ਆਪਣੇ ਆਪ ਚੱਲ ਕੇ ਜਾਣ ਲੱਗੀ। ਉਦੋਂ ਹੀ ਉਹਨੇ ਸਾਈਕਲ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਸਾਈਕਲ ਚੱਲਦੇ ਹੋਏ ਦੂਰ ਜਾ ਕੇ ਸੜਕ ਤੇ ਰੁਕ ਜਾਂਦੀ ਹੈ। ਵਧੀਆ ਹੋਇਆ, ਇਹ ਆਪਣੇ ਆਪ ਹੀ ਖਾਈ ਦੇ ਕੋਲ ਆ ਕੇ ਰੁਕ ਗਈ। ਹੁਣ ਮੈਂ ਇਹਨੂੰ ਖਾਈ ਦੇ ਵਿੱਚ ਸੁੱਟ ਦਿੰਨਾ ਹਾਂ। ਭੋਲਾ ਸਾਈਕਲ ਨੂੰ ਚੱਕ ਕੇ ਖਾਈ 'ਚ ਸਿੱਟਣ ਹੀ ਵਾਲਾ ਸੀ ਕਿ ਇੱਕ ਬੱਚਾ ਅਚਾਨਕ ਨਾਲ ਸਾਹਮਣੇ ਆ ਗਿਆ। ਉਸ ਬੱਚੇ ਨੂੰ ਵੇਖ ਕੇ ਭੋਲਾ ਹੋਰ ਵੀ ਡਰ ਗਿਆ। ਉਦੋਂ ਹੀ ਉਸ ਬੱਚੇ ਨੇ ਕਿਹਾ, ਰੁਕੋ। ਭੋਲਾ ਹਿੰਮਤ ਕਰਕੇ ਬੱਚੇ ਨੂੰ ਪੁੱਛਦਾ ਹੈ, ਕੌਣ ਹੈ ਤੂੰ ਅਤੇ ਇੰਨੀ ਰਾਤ ਨੂੰ ਇੱਥੇ ਕੀ ਕਰ ਰਿਹਾ ਏ? ਮੈਂ ਕੁੰਦਨ ਹਾਂ ਅਤੇ ਇਹ ਮੇਰੀ ਸਾਈਕਲ ਹੈ। ਨਹੀਂ, ਇਹ ਮੇਰੇ ਮੁੰਡੇ ਦੀ ਸਾਈਕਲ ਏ। ਇਹ ਮੇਰੀ ਸਾਈਕਲ ਹੈ। ਮੈਂ ਤੁਹਾਨੂੰ ਇਹਦੀ ਪੂਰੀ ਕਹਾਣੀ ਦੱਸਦਾ ਹਾਂ। ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਮੈਂ ਆਪਣੇ ਪਾਪਾ ਦੇ ਨਾਲ ਕਾਰ 'ਚ ਜਾ ਰਿਹਾ ਸੀ ਤੇ ਐਸੀ ਜਗ੍ਹਾ ਤੇ ਕਾਰ ਦੇ ਸਾਹਮਣੇ ਕੋਈ ਜਾਨਵਰ ਆ ਗਿਆ ਤੇ ਉਹਨੂੰ ਬਚਾਉਣ ਦੇ ਚੱਕਰ 'ਚ ਸਾਡੀ ਕਾਰ ਖਾਈ 'ਚ ਡਿੱਗ ਗਈ, ਜਿਹਦੇ ਨਾਲ ਸਾਡੇ ਦੋਨਾਂ ਦੀ ਮੌਤ ਹੋ ਗਈ। ਅਤੇ ਉਦੋਂ ਦੀ ਮੇਰੀ ਆਤਮਾ ਐਸੀ ਸਾਈਕਲ 'ਚ ਹੈ ਕਿਉਂਕਿ ਮੈਨੂੰ ਇਸ ਸਾਈਕਲ ਨਾਲ ਬਹੁਤ ਪਿਆਰ ਹੈ। ਪਰ ਇਹ ਸਾਈਕਲ ਤਾਂ ਮੈਂ ਇੱਕ ਕਬਾੜੀ ਵਾਲੇ ਤੋਂ ਲੈਤੀ ਏ। ਹਾਂ, ਇਹ ਸਾਈਕਲ ਪਿਤਾ ਜੀ ਨੇ ਮੈਨੂੰ ਮੇਰੇ ਜਨਮ ਦਿਨ ਤੇ ਗਿਫਟ ਕੀਤੀ ਸੀ ਅਤੇ ਮੇਰੇ ਮਰਨ ਦੇ ਕੁਝ ਦਿਨਾਂ ਬਾਅਦ ਮੇਰੀ ਮਾਂ ਨੇ ਸਾਈਕਲ ਨੂੰ ਅਸ਼ੁਭ ਸਮਝ ਕੇ ਕਬਾੜੀ ਵਾਲੇ ਨੂੰ ਵੇਚ ਦਿੱਤੀ। ਅੱਛਾ, ਇਹ ਗੱਲ ਏ। ਭੋਲਾ ਇੰਨਾ ਜਾਣਨ ਤੋਂ ਬਾਅਦ ਨਿਰਾਸ਼ ਹੋ ਕੇ ਚਲਾ ਗਿਆ। ਭੋਲਾ ਪੂਰੀ ਰਾਤ ਐਵੇਂ ਹੀ ਬਹੁਤ ਪਰੇਸ਼ਾਨ ਰਿਹਾ ਤੇ ਸਵੇਰ ਹੁੰਦੇ ਹੀ ਉਹ ਇੱਕ ਪੰਡਿਤ ਜੀ ਕੋਲ ਗਿਆ ਅਤੇ ਇਸ ਬਾਰੇ 'ਚ ਗੱਲ ਕੀਤੀ। ਮੈਂ ਪੂਰੀ ਕਹਾਣੀ ਸਮਝ ਗਿਆ। ਉਸ ਬੱਚੇ ਦੀ ਆਤਮਾ ਮੁਕਤ ਨਹੀਂ ਹੋਈ, ਉਹਨੂੰ ਮੁਕਤ ਕਰਨਾ ਪਊਗਾ। ਅੱਛਾ, ਹਾਂ, ਮੈਂ ਅੱਜ ਹੀ ਹਵਨ ਕਰਕੇ ਉਹਦੀ ਆਤਮਾ ਨੂੰ ਮੁਕਤ ਕਰ ਦਊਂਗਾ, ਜਿਸ ਤੋਂ ਬਾਅਦ ਸਾਈਕਲ 'ਚ ਉਹਦੀ ਆਤਮਾ ਹਮੇਸ਼ਾ ਦੇ ਲਈ ਦੂਰ ਹੋ ਜਾਊਗੀ। ਕਿਰਪਾ ਕਰਕੇ ਤੁਸੀਂ ਜਲਦੀ ਹੀ ਇਸ ਵਿਧੀ ਨੂੰ ਪੂਰਾ ਕਰ ਦਿਓ। ਤੁਸੀਂ ਚਿੰਤਾ ਨਾ ਕਰੋ। ਪੰਡਿਤ ਜੀ ਸਾਈਕਲ ਨੂੰ ਸਾਹਮਣੇ ਰੱਖ ਕੇ ਹਵਨ ਕਰਦੇ ਨੇ। ਓਮ ਹੀਂ ਕਲੀਂ ਚਾਮੁੰਡਾਏ ਸਵਾਹਾ। ਓਮ ਹੀਂ ਕਲੀਂ ਚਾਮੁੰਡਾਏ ਸਵਾਹਾ। ਉਦੋਂ ਹੀ ਸਾਈਕਲ 'ਚੋਂ ਚਮਤਕਾਰ ਰੋਸ਼ਨੀ ਨਿਕਲਦੀ ਹੈ। ਬਚਾਓ, 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 ਬਚਾਓ। ਹਾਏ ਰੱਬਾ, ਇਹ ਕੀ ਹੋ ਰਿਹਾ ਹੈ? ਜੇ ਸਾਈਕਲ ਨੂੰ ਕੁਝ ਹੋ ਗਿਆ ਤੇ ਚਿੰਟੂ ਮੈਨੂੰ ਮਾਫ ਨਹੀਂ ਕਰੂਗਾ। ਉਦੋਂ ਹੀ ਅਚਾਨਕ ਨਾਲ ਰੋਸ਼ਨੀ ਬੰਦ ਹੋ ਜਾਂਦੀ ਹੈ ਅਤੇ ਸਾਈਕਲ ਵਾਪਸ ਪਹਿਲੇ ਵਾਂਗੂ ਹੋ ਜਾਂਦੀ ਹੈ। ਹੁਣ ਬੱਚੇ ਦੀ ਆਤਮਾ ਮੁਕਤ ਹੋ ਗਈ ਏ। ਹੁਣ ਇਹ ਸਾਈਕਲ ਕਦੇ ਵੀ ਮੋਟਰਸਾਈਕਲ ਨਹੀਂ ਬਣੂਗੀ। ਹਾਏ ਰੱਬਾ, ਵੱਡੀ ਮੁਸੀਬਤ ਤੋਂ ਛੁਟਕਾਰਾ ਮਿਲਿਆ। ਉਦੋਂ ਹੀ ਚਿੰਟੂ ਆਪਣੀ ਸਾਈਕਲ ਲੱਭਦੇ ਹੋਏ ਉੱਥੇ ਪਹੁੰਚਦਾ ਹੈ ਅਤੇ ਸਾਈਕਲ ਨੂੰ ਵੇਖ ਕੇ ਬਹੁਤ ਖੁਸ਼ ਹੋ ਜਾਂਦਾ ਹੈ। ਮਿਲ ਗਈ ਸਾਈਕਲ। ਕਦੋਂ ਦਾ ਲੱਭ ਰਿਹਾ ਸੀ।